ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਦਸ਼ਮੇਸ਼ ਇੰਸਟੀਚਿਊਟ ਆਫ ਰਿਸਰਚ ਐਂਡ ਡੈਂਟਲ ਸਾਇੰਸਿਸ ਫਰੀਦਕੋਟ ਵਿਖੇ। ਇਸ ਇੰਸਟੀਚਿਊਟ ਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਇਹਨਾਂ ਦਾ ਹੀ ਇੰਸਟੀਚਿਊਟ ਹੈ ਦਸ਼ਮੇਸ਼ ਹਸਪੀਟਲ, ਦਸ਼ਮੇਸ਼ ਨਰਸਿੰਗ ਕਾਲਜ, ਦਸ਼ਮੇਸ਼ ਕਾਲਜ ਆਫ ਫਿਜ਼ੀਓਥੈਰੇਪੀ, ਦਸ਼ਮੇਸ਼ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ। ਇਸ ਇੰਸਟੀਚਿਊਟ ਦੇ ਪ੍ਰਿੰਸੀਪਲ SPS ਸੋਢੀ ਤੇ ਜੁਆਇੰਟ ਡਾਇਰੈਕਟਰ ਸਰਦਾਰ ਸਵਰਨਜੀਤ ਸਿੰਘ ਗਿੱਲ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ। ਆਪਣੀ ਅਣਥੱਕ ਮਿਹਨਤ ਨਾਲ ਦਸ਼ਮੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਨੂੰ ਬਹੁਤ ਅੱਗੇ ਲਿਜਾ ਰਹੇ ਨੇ। ਬੀਤੇ ਦਿਨੀ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਦਿੱਲੀ ਵੱਲੋਂ ਦਸ਼ਮੇਸ਼ ਹਸਪੀਟਲ ਨੂੰ 5 ਆਕਸੀਜਨ ਕੰਸਨਟ੍ਰੇਟਰਸ ਦਿੱਤੇ ਗਏ ਤਾਂ ਕਿ ਦਸ਼ਮੇਸ਼ ਹਸਪੀਟਲ ਵੱਲੋਂ ਫ੍ਰੀ ਆਕਸੀਜਨ ਦਾ ਲੰਗਰ ਲਗਾਇਆ ਜਾ ਸਕੇ ਔਰ ਨਾਲ ਅਗਲੇ ਹਫਤੇ 25 ਹੋਰ ਕੰਸਨਟ੍ਰੇਟਰਸ ਇੱਥੇ ਪਹੁੰਚ ਜਾਣਗੇ। ਇਸ ਮੌਕੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਪਹੁੰਚੇ, ਜਿਨ੍ਹਾਂ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੇ ਇੰਸਟੀਚਿਊਟ ਵੱਲੋਂ ਕੀਤੇ ਜਾ ਰਹੇ ਇਸ ਕਦਮ ਦੀ ਬਹੁਤ ਸ਼ਲਾਘਾ ਕੀਤੀ ਤੇ ਉਹਨਾਂ ਨੇ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਡਾਇਲਿਸਿਸ ਦੀ ਨਵੀਂ ਮਸ਼ੀਨ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਇੰਸਟੀਚਿਊਟ ਦੇ ਪ੍ਰਿੰਸੀਪਲ SPS ਸੋਢੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਕਾਲ ਦੇ ਵਿੱਚ ਹਰੇਕ ਨੂੰ ਵੱਧ ਚੜ੍ਹ ਕੇ ਸੇਵਾ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਇੱਕ ਦੂਸਰੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਔਰ ਇਹ ਉਹ ਕਾਲ ਹੈ ਜਿੱਥੇ ਅਗਰ ਇੱਕ ਦੂਸਰੇ ਦੀ ਮਦਦ ਕਰਾਂਗੇ ਤੇ ਇਹ ਔਖੀ ਘੜੀ ਵੀ ਨਿਕਲ ਜਾਏਗੀ। ਸਰ, ਇਹ ਜਿਹੜਾ ਮਹਾਨ ਕੁੰਭ ਅੱਜ ਰਚਿਆ ਜਾ ਰਿਹਾ ਫਰੀਦਕੋਟ ਦੇ ਦਸ਼ਮੇਸ਼ ਕਾਲਜ ਦੇ ਵਿੱਚ, ਜਿਹਦੇ 'ਚ ਨਿਸ਼ਕਾਮ ਸੇਵਾ ਸੁਸਾਇਟੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਜਿਹੜੀ ਹੈਗੀ ਆ, ਪਿਛਲੇ ਲੰਬੇ ਸਮੇਂ ਤੋਂ ਜਿਹੜੀ ਸੇਵਾ ਕਰਦੀ ਆ ਰਹੀ ਸੀਗੀ। ਜਦੋਂ ਅੱਜ ਕਰੋਨਾ ਦਾ ਐਪੀਡੈਮਿਕ ਹੈ ਔਰ ਬਹੁਤ ਜ਼ਿਆਦਾ ਬੁਰਾ ਹਾਲ ਹੈ, ਹਸਪੀਟਲਾਂ 'ਚ ਆਕਸੀਜਨ ਦੀ ਜਿਹੜੀ ਕਮੀ ਆ ਰਹੀ ਹੈਗੀ ਆ, ਉਸ ਨੂੰ ਦੇਖਦੇ ਹੋਏ ਜਿਸ ਤਰੀਕੇ ਦਾ ਉਪਰਾਲਾ ਤੁਸੀਂ ਅੱਜ ਕਰਨ ਜਾ ਰਹੇ ਹੋ ਔਰ ਉਹਦਾ ਉਦਘਾਟਨ ਹੈਗਾ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਸਤਿਕਾਰਯੋਗ ਗੁਰੂ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦੇਖ ਰਹੇ ਹਾਂ ਸਾਰੇ ਦੇਸ਼ ਦੇ ਉੱਪਰ, ਸਾਰੇ ਸੰਸਾਰ ਦੇ ਉੱਪਰ ਇਹ ਕਰੋਨਾ ਵਰਗੀ ਭਿਆਨਕ ਬਿਮਾਰੀ ਨੇ ਬਹੁਤ ਬੜੀ ਤਰ੍ਹਾਂ ਦੇ ਨਾਲ ਸਾਨੂੰ ਇਹਨੂੰ ਪ੍ਰਭਾਵਿਤ ਕੀਤਾ ਗਿਆ, ਸਾਡੇ ਸਾਰੇ ਸੰਸਾਰ ਨੂੰ। ਤਾਂ ਸਾਨੂੰ ਜੋ ਸਾਡੇ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਸੰਦੇਸ਼ ਹੈ ਕਿ ਤੁਸੀਂ ਭਾਈ ਧਰਮ ਦੀ ਕਿਰਤ ਕਰਨੀ ਹੈ, ਨਾਮ ਜਪਣਾ ਤੇ ਵੰਡ ਕੇ ਛਕਣਾ, ਸੇਵਾ ਤੇ ਸਿਮਰਨ ਵਾਲੇ ਪਾਸੇ ਸਾਨੂੰ ਸਾਡੇ ਗੁਰੂ ਨੇ ਲਾਇਆ ਸੀ। ਸਾਡੇ ਇਹਨਾਂ ਵੱਡੇ ਵੀਰਾਂ ਨੇ, ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਦੇ ਵੀਰਾਂ ਨੇ ਇਸ ਸੰਕਲਪ ਨੂੰ, ਸਾਡੇ ਗੁਰੂ ਸਾਹਿਬਾਨ ਦੇ ਸੰਕਲਪ ਨੂੰ ਪੂਰਾ ਕਰਦਿਆਂ ਹੋਇਆਂ ਜੋ ਸੇਵਾ ਦਾ ਸਾਨੂੰ ਸੰਕਲਪ ਦਿੱਤਾ ਸੀ ਕਿ ਸੇਵਾ ਸੰਸਾਰ ਦੀ ਕਰਨੀ ਹੈ, ਸਿਮਰਨ ਉਸ ਨਿਰੰਕਾਰ ਦਾ ਕਰਨਾ ਹੈ। ਤਾਂ ਸੇਵਾ ਦੇ ਸੰਕਲਪ ਦੇ ਵਿੱਚ ਇਹ ਜਿਹੜੀ ਸੁਸਾਇਟੀ ਹੈ 1984 ਦੇ ਵਿੱਚ ਹੋਂਦ ਦੇ ਵਿੱਚ ਆਈ। 1984 ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ ਸੰਗਤਾਂ ਦੀ ਸੇਵਾ ਕੀਤੀ ਗਈ ਹੈ। ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ। 1984 ਤੋਂ ਲੈ ਕੇ ਹੁਣ ਤੱਕ ਜਿੱਥੇ ਵੀ, ਚਾਹੇ ਦੇਸ਼ ਦੇ ਕਿਸੇ ਵੀ ਕੋਨੇ ਵਿੱਚ, ਚਾਹੇ ਕੋਈ ਭੂਚਾਲ ਆਇਆ, ਚਾਹੇ ਕੋਈ ਕਿਸੇ ਵੀ ਤਰ੍ਹਾਂ ਦੇ ਕੋਈ ਫਲੱਡ ਆਏ ਜਾਂ ਸੁਨਾਮੀ ਆਈਆਂ, ਉੱਥੇ ਜਾ ਕੇ ਸਾਡੇ ਇਹਨਾਂ ਵੱਡੇ ਵੀਰਾਂ ਨੇ ਆਪ ਜਾ ਕੇ ਆਪਣੇ ਹੱਥੀਂ ਉਹਨਾਂ ਲੋਕਾਂ ਦੀ ਸੇਵਾ ਕੀਤੀ, ਉਹਨਾਂ ਦੀ ਸਾਂਭ ਸੰਭਾਲ ਕੀਤੀ ਜਿਨ੍ਹਾਂ ਦੇ ਘਰ ਢਹਿ ਗਏ ਸੀਗੇ, ਚਾਹੇ ਭੂਚਾਲ ਦੇ ਨਾਲ, ਚਾਹੇ ਸੁਨਾਮੀ ਦੇ ਨਾਲ। ਉੱਥੇ ਕਿਸੇ ਵੀ ਕਿਸਮ ਦਾ ਕੋਈ ਵਿਤਕਰਾ ਨਹੀਂ ਕੀਤਾ ਗਿਆ, ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ ਦਾ। ਉੱਥੇ ਉਹਨਾਂ ਭਰਾਵਾਂ ਦੇ ਅਸੀਂ ਤਕਰੀਬਨ ਘਰ ਬਣਾ ਕੇ ਦਿੱਤੇ, ਤਕਰੀਬਨ 280 ਦੇ ਕਰੀਬ ਹੈ ਜਿਹੜੇ ਆ ਇਹ, ਉਹਨਾਂ ਲੋਕਾਂ ਦੇ ਮਕਾਨ ਵੀ ਬਣਾ ਕੇ ਦਿੱਤੇ ਗਏ। ਤਾਂ ਸਭ ਤੋਂ ਵੱਡਾ ਜਿਹੜਾ ਕੰਮ ਸੀ ਉਹ ਸਾਂਭ ਸੰਭਾਲ ਸੀ। ਸਾਡੇ ਜਿਹੜੇ ਭੈਣ ਭਰਾ ਪੜ੍ਹ ਨਹੀਂ ਸਕਦੇ ਸੀਗੇ, ਜਿਹੜੇ ਸਾਡੇ ਭੈਣ ਭਰਾਵਾਂ ਦੇ ਬੱਚੇ ਹੈ ਉਹ ਪੜ੍ਹ ਨਹੀਂ ਸਕਦੇ, ਦੇਸ਼ਾਂ ਵਿਦੇਸ਼ਾਂ 'ਚ ਵਸਦੀਆਂ ਸੰਗਤਾਂ ਨੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ।
ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਦੇ ਵੀਰਾਂ ਨੇ ਰਲ ਕੇ ਇੱਕ ਹਮਲਾ ਕੀਤਾ ਕਿ ਸੰਨ 2000 ਤੋਂ ਲੈ ਕੇ ਅੱਜ 2021 ਤੱਕ ਹਜ਼ਾਰਾਂ ਹੀ ਬੱਚਿਆਂ ਨੂੰ ਪੜ੍ਹਾ ਕੇ ਡਾਕਟਰ ਇੰਜੀਨੀਅਰ ਬਣਾਇਆ ਗਿਆ। ਇਕੱਲੇ ਡਾਕਟਰ ਇੰਜੀਨੀਅਰ ਨਹੀਂ ਬਣਾਏ ਗਏ, ਉਹਨਾਂ ਬੱਚਿਆਂ ਦੇ ਅੰਦਰ ਨੈਤਿਕ ਸਿੱਖਿਆ ਦੀ ਵੀ ਭਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਚੰਗੇ ਇਨਸਾਨ ਬਣ ਕੇ ਇਹ ਬਣ। ਇਕੱਲੇ ਡਾਕਟਰ ਬਣ ਜਾਣਾ ਬਹੁਤੀ ਵੱਡੀ ਗੱਲ ਨਹੀਂ, ਇੱਕ ਚੰਗਾ ਡਾਕਟਰ ਬਣ ਜਾਣਾ ਜਿਹਦੇ ਵਿੱਚ ਨੈਤਿਕ ਗੁਣ ਹੋਣ, ਜਿਹਦੇ 'ਚ ਦੀਨ ਦੁਖੀ ਦਾ ਪਿਆਰ ਹੋਵੇ, ਉਸ ਤਰ੍ਹਾਂ ਦੇ ਡਾਕਟਰ ਇੰਜੀਨੀਅਰ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਦੀ ਤਰੀਕ ਦੇ ਵਿੱਚ ਫਰੀਦਕੋਟ ਮੈਡੀਕਲ ਕਾਲਜ ਦੇ ਸਾਡੇ 6 ਬੱਚੇ ਜਿਹੜੇ MBBS ਵੀ ਕਰ ਰਹੇ ਨੇ। ਇਸ ਤੋਂ ਇਲਾਵਾ ਅਨੇਕਾਂ ਹੀ ਬੱਚੇ ਸਾਡੇ IIT ਦੇ ਵਿੱਚ ਪੜ੍ਹ ਰਹੇ ਨੇ। ਵੱਡੇ ਵੱਡੇ ਕਾਲਜਾਂ ਦੇ ਵਿੱਚ ਸਾਡੇ ਜਿਹੜੇ ਬੱਚੇ ਹੈ ਉਹ ਸਾਡੇ ਕੋਰਸ ਕਰ ਰਹੇ ਨੇ। ਬਹੁਤ ਸਾਰੇ ਬੱਚੇ ਸਾਡੇ ਜਿਹੜੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਸੈੱਟ ਹੋ ਚੁੱਕੇ ਨੇ ਤੇ ਹੁਣ ਸਾਰੀਆਂ ਸੰਸਾਰ ਦੇ ਵਿੱਚ ਉਹ ਬੱਚੇ ਜਿਹੜਾ ਉਹ ਸੇਵਾ ਦਾ ਬੂਟਾ ਲਾ ਰਹੇ ਨੇ। ਮੈਂ ਬਤੌਰ ਡਿਪਟੀ ਕਮਿਸ਼ਨਰ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਜਿਹੜੀ ਹੈਗੀ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੇ ਜਿਹੜੇ ਦਸ਼ਮੇਸ਼ ਡੈਂਟਲ ਕਾਲਜ ਹੈ ਫਰੀਦਕੋਟ ਦਾ, ਇੱਕ ਬੜਾ ਉੱਘਾ ਕਾਲਜ ਹੈ, ਉਹਨੂੰ 5 ਆਕਸੀਜਨ ਕੰਸਨਟਰੇਟਰ ਅਰੇਂਜ ਕਰਕੇ ਦਿੱਤੇ ਹੈ। ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਰਾ ਸੰਸਾਰ ਇੱਕ ਮਹਾਮਾਰੀ ਤੋਂ ਲੰਘ ਰਿਹਾ ਔਰ ਹਰੇਕ ਇਨਸਾਨ ਦਾ ਯੋਗਦਾਨ ਹੈ। ਹਰੇਕ ਇਨਸਾਨ ਇਸ ਦੇ ਵਿੱਚ ਯੋਗਦਾਨ ਪਾ ਸਕਦਾ ਹੈ ਕਿਸੇ ਵੀ ਤਰੀਕੇ ਨਾਲ। ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਕਹਿੰਦੇ ਆ ਕਿ ਕਾਰ ਸੇਵਾ, ਇਹ ਕਾਰ ਸੇਵਾ ਹੈ, ਐਵਰੀਬੋਡੀ ਸ਼ੁੱਡ ਕੰਟਰੀਬਿਊਟ। ਜਾਂ ਹਿੰਦੂ ਧਰਮ 'ਚ ਕਹਿੰਦੇ ਆ ਕਿ ਇਹ ਹਵਨ ਹੈ, ਜਾਂ ਕਹਿੰਦੇ ਹਰੇਕ ਨੂੰ ਆਹੂਤੀ ਪਾਣੀ ਪਏਗੀ। ਸੋ ਮੈਂ ਸਾਰੇ ਵੀ ਜਿੰਨੀਆਂ ਸੰਸਥਾਵਾਂ NGOs ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਇਸ ਮਿਸ਼ਨ ਦੇ ਵਿੱਚ ਯੋਗਦਾਨ ਪਾਉਣ ਤਾਂ ਕਿ ਅਸੀਂ ਸਾਰੇ ਸੰਸਾਰ ਜਾਂ ਹਿੰਦੁਸਤਾਨ ਜਾਂ ਸਾਡਾ ਫਰੀਦਕੋਟ ਹੈ, ਅਸੀਂ ਉਹਨੂੰ ਕਰੋਨਾ ਮੁਕਤ ਕਰ ਸਕੀਏ। ਔਰ ਇਸ ਦੇ ਵਿੱਚ ਜਿਹੜੀ ਕਰੋਨਾ ਇੱਕ ਅਜਿਹੀ ਮਹਾਮਾਰੀ ਹੈ ਜਿਸ ਦਾ ਸਿੱਧਾ ਇਫੈਕਟ ਲੰਗਸ 'ਤੇ ਹੁੰਦਾ, ਫੇਫੜਿਆਂ 'ਤੇ। ਔਰ ਫੇਫੜਿਆਂ ਦੇ ਵਿੱਚੋਂ ਫੇਫੜਿਆਂ ਦੀ ਜੋ ਪਰਫੋਰਮੈਂਸ ਹੈ ਉਹ ਕੰਪਰੋਮਾਈਜ਼ ਹੋ ਜਾਂਦੀ ਹੈ। ਔਰ ਇਨਸਾਨ ਨੂੰ ਜਿਹੜਾ ਕਰੋਨਾ ਅਫੈਕਟਡ ਪੇਸ਼ੈਂਟ ਹੈ ਉਹਨੂੰ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ। ਜਿਸ ਤਰ੍ਹਾਂ ਇੱਕ ਆਪਣੇ ਹੈ ਕਿ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਕਿ 96% ਪਲੱਸ ਜਾਂ 96% ਪਲੱਸ ਨਾਰਮਲ ਸੈਚੂਰੇਸ਼ਨ ਹੈ ਹਿਊਮਨ ਬੋਡੀ ਦੀ। ਸੋ ਜਿਵੇਂ ਜਿਵੇਂ ਕਰੋਨਾ 'ਚ ਕੋਈ ਵਿਅਕਤੀ ਪੀੜਿਤ ਹੁੰਦਾ ਉਹਦੀ ਆਕਸੀਜਨ ਦੀ ਸੈਚੂਰੇਸ਼ਨ ਘੱਟ ਜਾਂਦੀ ਹੈ, ਉਹਨੂੰ ਬਾਹਰੀ ਸਹਾਇਤਾ ਦੇ ਨਾਲ ਆਕਸੀਜਨ ਦਿੱਤੀ ਜਾਂਦੀ ਹੈ। ਲਿਕੁਇਡ ਆਕਸੀਜਨ ਹੈ, ਐਟਮੋਸਫੇਰਿਕ ਆਕਸੀਜਨ ਹੈ। ਅਸੀਂ ਲਿਕੁਇਡ ਮੈਡੀਕਲ ਆਕਸੀਜਨ ਦੇ ਪਲਾਂਟ ਹੈਗੇ ਸਾਡੇ ਕੋਲ, ਸਿਲੰਡਰ ਵੀ ਹੈਗੇ ਹੈ। ਲੇਕਿਨ ਆਕਸੀਜਨ ਕੰਸਨਟਰੇਟਰ ਹੈ ਇਹ ਇੱਕ ਇਸ ਤਰ੍ਹਾਂ ਦਾ ਇਨਬਿਲਟ ਮੈਕੈਨਿਜ਼ਮ ਹੈ ਜਿਹੜਾ ਕਿ ਆਟੋ ਮੋਡ ਦੇ ਉੱਪਰ ਆਕਸੀਜਨ ਮੈਨੂਫੈਕਚਰ ਕਰਦਾ ਹੈ ਔਰ ਕਰੋਨਾ ਅਫੈਕਟਡ ਪੇਸ਼ੈਂਟ ਨੂੰ ਉਹ ਆਕਸੀਜਨ ਦੀ ਸਪਲਾਈ ਦਿੰਦਾ। ਮੈਂ ਤਾਂ ਬਲਕਿ ਸਾਰੇ ਪ੍ਰਾਈਵੇਟ ਮੈਡੀਕਲ ਹਸਪੀਟਲ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮੀਡੀਆ ਦੇ ਰਾਹੀਂ ਕਿ ਹਰੇਕ ਮੈਡੀਕਲ ਹਸਪੀਟਲ ਕੋਲ ਆਕਸੀਜਨ ਕੰਸਨਟਰੇਟਰ ਹੋਣਾ ਚਾਹੀਦਾ। ਉਹ ਮਤਲਬ ਕਿ ਇਟ ਇਜ਼ ਰਿਕਵਾਇਰਡ ਇਨ ਅਦਰ ICU ਐਂਡ ਕ੍ਰਿਟੀਕਲ ਕੇਸਿਸ ਆਲਸੋ। ਕਰੋਨਾ ਵਿੱਚ ਤਾਂ ਜ਼ਰੂਰਤ ਹੈਗੀ ਹੈ। ਤਾਂ ਅਸੀਂ ਇਹ ਵੀ ਮੁਹਿੰਮ ਚਲਾਵਾਂਗੇ ਕਿ ਹਰ ਪ੍ਰਾਈਵੇਟ ਹਸਪੀਟਲ ਆਪਣੇ ਆਪਣੇ ਹਸਪਤਾਲ ਦੇ ਵਿੱਚ ਇੱਕ ਆਕਸੀਜਨ ਕੰਸਨਟਰੇਟਰ ਰੱਖੇ ਸੋ ਦੈਟ ਇਨ ਕੇਸ ਆਫ ਐਮਰਜੈਂਸੀ, ਇਨ ਕੇਸ ਆਫ ਐਨੀ ਇਵੈਂਚੁਅਲਿਟੀ ਇਸ ਦਾ ਯੂਜ਼ ਕੀਤਾ ਜਾ ਸਕੇ। ਸੋ ਮੈਂ ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ, ਉਹਨਾਂ ਦੇ ਅਹੁਦੇਦਾਰ, ਇਹਨਾਂ ਦਾ ਵੈਸੇ ਹੀ ਪਹਿਲਾਂ ਬੜਾ ਵੱਡਾ ਯੋਗਦਾਨ ਹੈ। ਇਹ ਬੜੀ ਦੇਰ ਤੋਂ ਜਿਹੜੇ ਸਫਰਿੰਗ ਹਿਊਮੈਨਿਟੀ ਹੈ, ਜਿਵੇਂ ਆਪਣੇ ਜਿਹੜੇ ਰਿਲੀਜੀਅਨ ਹੈ ਉਹਨਾਂ 'ਤੇ ਬੜਾ ਇੱਕ ਐਗਜ਼ਾਮਪਲ ਹੈ ਸਿੱਖ ਧਰਮ ਦੇ ਵਿੱਚ ਕਿ ਦੁੱਖ ਦੇ ਵਿੱਚ ਹੈਲਪ ਕਰਨੀ ਜਿਹੜੀ ਸਾਰਿਆਂ ਦੀ।
ਸੋ ਇਹਨਾਂ ਨੇ ਜੋ ਆਕਸੀਜਨ ਕੰਸਨਟ੍ਰੇਟਰ ਦਾ ਇੰਤਜ਼ਾਮ ਕਰਾ ਕੇ ਦਿੱਤਾ ਹੈ ਡੈਂਟਲ ਕਾਲਜ ਨੂੰ, ਦਸ਼ਮੇਸ਼ ਡੈਂਟਲ ਕਾਲਜ ਨੂੰ, ਮੈਂ ਉਹਨਾਂ ਦਾ ਪਰਸਨਲੀ ਤੌਰ 'ਤੇ ਸ਼ੁਕਰਗੁਜ਼ਾਰ ਵੀ ਹਾਂ ਕਿ ਐਟਲੀਸਟ ਸਾਡੇ ਜ਼ਿਲ੍ਹੇ ਦੇ ਵਿੱਚ ਆਏ ਹੈ ਔਰ ਇਹਨਾਂ ਦਾ ਸਹੀ ਸਦਉਪਯੋਗ ਕਰਕੇ ਕਈ ਕੀਮਤੀ ਅਤੇ ਵਡਮੁੱਲੀਆਂ ਜਾਨਾਂ ਵੀ ਬਚਾਈਆਂ ਜਾ ਸਕਦੀਆਂ। ਸੋ ਮੈਂ ਨਿਸ਼ਕਾਮ ਸਿੱਖ ਕੌਂਸਲ ਨੂੰ ਵਧਾਈ ਵੀ ਦਿੰਦਾ ਔਰ ਸ਼ੁਕਰੀਆ ਅਦਾ ਵੀ ਕਰਦਾ। ਨਾਲ ਹੀ ਨਾਲ ਦਸ਼ਮੇਸ਼ ਡੈਂਟਲ ਕਾਲਜ ਦੇ ਜਿਹੜੇ ਮੈਨੇਜਮੈਂਟ ਕਮੇਟੀ ਹੈ, ਡਾਕਟਰ ਸੋਢੀ ਹੈ ਪ੍ਰਿੰਸੀਪਲ, ਔਰ ਹੋਰ ਸਾਰੇ ਜਿਹੜੇ HODs ਹੈ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਵੀ ਸ਼ੁੱਡ ਡੂ ਆਵਰ ਲੈਵਲ ਬੈਸਟ ਕਿ ਹਰੇਕ ਵਿਅਕਤੀ ਦੀ ਜਾਨ ਬਚਾਈ ਜਾ ਸਕੇ। ਹਿਊਮਨ ਲਾਈਫ ਇਜ਼ ਪ੍ਰੈਸ਼ੀਅਸ। ਸਰ ਜਿਹੜਾ ਆਕਸੀਜਨ ਦਾ ਲੰਗਰ ਸਟਾਰਟ ਹੋਇਆ ਦਸ਼ਮੇਸ਼ ਕਾਲਜ ਦੇ ਵਿੱਚ ਨਿਸ਼ਕਾਮ ਸੇਵਾ ਨਾਲ ਮਿਲ ਕੇ, ਜਿਹਦਾ ਉਦਘਾਟਨ ਡੀ ਸਾਹਿਬ ਨੇ ਕੀਤਾ, ਔਰ ਇਹ ਸੰਸਥਾ ਜਿਹੜੀ ਹਮੇਸ਼ਾ ਸੇਵਾ ਦੇ ਵਿੱਚ ਪਹਿਲ ਕਰਦੀ ਹੈਗੀ ਆ। ਹੁਣ ਇਸ ਕਰੋਨਿਕ ਜਿਹੜਾ ਟਾਈਮ ਹੈਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ ਕੋਵਿਡ-19 ਕਰਕੇ ਆਕਸੀਜਨ ਦੀ, ਉਹਦਾ ਲੰਗਰ ਜਿਹੜਾ ਇੱਥੇ ਸਟਾਰਟ ਹੋਇਆ, ਅੱਜ ਤੁਸੀਂ ਉਹਦਾ ਉਦਘਾਟਨ ਕਰਾਇਆ, ਕੀ ਕਹਿੰਦੇ? ਅਸੀਂ ਸਦਾ ਹੀ ਲੋਕਾਂ ਦੀ ਸੇਵਾ 'ਚ ਸਮਝੇ। ਜਿੱਦਾਂ ਦਾ ਅਸੀਂ ਡੈਂਟਲ ਕਾਲਜ ਖੋਲ੍ਹਿਆ, ਅਸੀਂ ਰੂਰਲ ਏਰੀਏ 'ਚ ਵੀ ਆਪਦੇ ਵੇਖੋ ਸੈਂਟਰ ਖੋਲ੍ਹੇ ਵੀ, ਅਸੀਂ ਸਦਾ ਹੀ ਇਸ ਕੰਮ 'ਚ ਵੀ ਲੋਕਾਂ ਦਾ ਭਲੇ ਵਾਸਤੇ ਕੰਮ। ਇਹ ਹੁਣ ਅਸੀਂ ਸਾਡੇ ਕੋਲ ਕੰਸਨਟਰੇਟਰ ਆਏ ਹੈ, ਇਹ ਕੰਸਨਟਰੇਟਰ ਅਸੀਂ ਦੇਣੇ ਆ ਲੋਕਾਂ ਨੂੰ, ਉਹਨਾਂ ਨੂੰ ਜਿਹੜੇ ਤਕਲੀਫ ਦੇ ਵਿੱਚ ਹੈਗੇ। ਇਹ ਠੀਕ ਹੈ, ਇਹਦੇ ਵਿੱਚ ਉਹਨਾਂ ਨੂੰ ਜਿਹਨੇ ਸਾਡੇ ਜਿਹੜੇ ਡਾਕੂਮੈਂਟਸ ਦੇਣਗੇ, ਅਪਲਾਈ ਕਰਨਗੇ, ਗਰੰਟੀ ਦੇਣਗੇ, ਕਿਉਂਕਿ ਵਾਪਸ ਵੀ ਆਉਣਾ ਹੁੰਦਾ। ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਇਹ ਸਪਲਾਈ ਕਰਾਂਗੇ ਵਿਦਆਊਟ ਐਨੀ ਚਾਰਜਿੰਗ ਨਹੀਂ। ਸਾਡੀ ਕੋਈ ਸਾਡਾ ਅਸੀਂ ਉਹਨਾਂ ਤੋਂ ਲੈਣਾ ਨਹੀਂ, ਸਿਰਫ ਸਾਡਾ ਇਹ ਹੈ ਵੀ ਉਹ ਜਦੋਂ ਯੂਜ਼ ਕਰ ਲੈਣ ਤੋਂ ਉਹਦੇ ਇਸੇ ਦਿਸ਼ਾ ਵਿੱਚ, ਇਸੇ ਕੰਡੀਸ਼ਨ 'ਚ ਸਾਨੂੰ ਵਾਪਸ ਆ ਜਾਵੇ। ਵੀ ਇਹ ਸਾਡਾ ਮੰਤਵ ਹੈ। ਇਹ ਸਾਡੇ ਕੋਲ 5 ਹੈਗੇ ਹੈ, ਐਜ਼ ਲੌਂਗ ਐਜ਼ ਲੋਕਾਂ ਨੂੰ ਜ਼ਰੂਰਤ ਹੈ ਅਤੇ ਅਸੀਂ ਉਹਨਾਂ ਦੀ ਜ਼ਰੂਰਤ ਪੂਰੀ ਕਰ ਸਕਦੇ ਹਾਂ। ਅਸੀਂ ਸਦਾ ਹੀ ਤਤਪਰ ਰਹਾਂਗੇ, ਰੈਡੀ ਰਹਾਂਗੇ, ਸੇਵਾਵਾਂ ਪ੍ਰੋਵਾਈਡ ਕਰਾਂਗੇ।
20 ਹੋਰਾਂ ਨੇ ਜੀ। ਸਰ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਭਾਊ ਜਿਹੜਾ ਸੰਸਥਾ ਹੈਗੀ ਆ, ਜਿਸ ਨੇ ਪਹਿਲਾਂ ਵਿੱਦਿਆ ਦਾ ਦਾਨ ਸ਼ੁਰੂ ਕੀਤਾ, ਉਸ ਤੋਂ ਬਾਅਦ ਵਿੱਚ ਹਾਇਰ ਵਿੱਦਿਆ ਦਾ ਦਾਨ ਸ਼ੁਰੂ ਕੀਤਾ, ਉਸ ਤੋਂ ਬਾਅਦ ਡੈਂਟਲ ਕਾਲਜ, ਔਰ ਹੁਣ ਜਿਹੜੀਆਂ ਹੈਗੀਆਂ ਲੋਕਾਂ ਦੇ ਹਿੱਤ ਦੀਆਂ ਸੇਵਾਵਾਂ ਜਿਹੜੀਆਂ ਹਮੇਸ਼ਾ ਇਹ ਸੰਸਥਾ ਕਰਦੀ ਰਹਿੰਦੀ ਹੈਗੀ ਆ, ਕੀ ਕਹਿਣਾ? ਇਹਦਾ ਗੱਲ ਸੁਣੋ, ਜੇ ਹੁਣ ਮੈਂ ਤੁਹਾਨੂੰ ਲੰਬੀ ਗੱਲ ਦੱਸਾਂ ਤਾਂ ਇਹ ਇੱਕ ਮਹਾਨ ਸਿੱਖ ਜੋ ਸੇਵਾਦਾਰ ਸੀਗਾ, ਸੰਗਤ ਸਾਹਿਬ ਭਾਈ ਫਿਰੂਜ਼ ਸਿੱਖ ਐਜੂਕੇਸ਼ਨਲ ਸੁਸਾਇਟੀ ਹੈ। ਸੋ ਜਿਹੜਾ ਮਹਾਨ ਸਿੱਖ ਸੀ ਉਹਦੀ ਸਰਪ੍ਰਸਤੀ ਹੇਠ ਜਾਂ ਉਹਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਇਹ ਪਿੰਡ ਭਾਈ ਫੇਰੂ ਦੇ ਵਿੱਚ ਸੰਸਥਾ ਚੱਲਦੀ ਸੀ। ਪਾਕਿਸਤਾਨ ਵੰਡ ਤੋਂ ਬਾਅਦ ਸਕੂਲ ਸੀ ਜਿਹੜਾ ਉਹ ਇੱਥੇ ਅਸੀਂ ਖੋਲ੍ਹਿਆ। ਇਹ ਸਕੂਲ ਤੋਂ ਬਾਅਦ ਅਸੀਂ ਆਹ 6 ਸਕੂਲ ਅਤੇ ਆਹ 4 ਸਾਡੇ ਕਾਲਜ ਅੱਜ ਕੱਲ੍ਹ ਚੱਲਦੇ ਆ, ਜਿਨ੍ਹਾਂ ਦੇ ਵਿੱਚ 2 ਹੋਰ ਵੀ ਕੋਰਸ ਚੱਲ। ਅਸੀਂ ਪਿੱਛਾ ਭੌਂਕੇ ਨਹੀਂ ਵੇਖਿਆ, ਜਿਉਂ ਸਾਨੂੰ ਮਤਲਬ ਇਹ ਸੇਵਾ ਪਰਮਾਤਮਾ ਨੇ ਬਖਸ਼ੀ ਹੈ, ਕਿਉਂਕਿ ਸਾਡਾ ਜੋ ਪਿਛੋਕੜ ਹੈ ਉਹ ਸੇਵਾ ਵਾਲਾ ਹੈ ਅਤੇ ਸੇਵਾ ਹੀ ਅਸੀਂ ਕਰਦੇ ਰਹਿਣਾ। ਅਜੇ ਵੀ ਅਸੀਂ ਜੋ ਸਾਡੇ ਕੋਲ ਹੋ ਸਕਦਾ ਲੋਕਾਂ ਦੇ ਭਲੇ ਲਈ ਅਸੀਂ ਕਰਦੇ ਹਾਂ। ਹਰ ਸਾਲ ਡੈਂਟਲ ਕੈਂਪ ਲਾਉਣੇ ਆ, ਹਸਪਤਾਲ ਅਸੀਂ ਰੱਖ ਛੱਡੇ ਆ, ਹਾਲਾਂਕਿ ਸਾਨੂੰ ਲੋੜ ਨਹੀਂ, ਫਿਰ ਵੀ ਅਸੀਂ ਜੋ ਵੀ ਸਾਡੇ ਕੋਲ ਲੁਕਿਆ ਹੁੰਦਾ ਅਸੀਂ ਉਹਦੀ ਯਥਾ ਸਮਰੱਥ ਔਰ ਯਥਾ ਲੋੜ ਉਹਦੀ ਮਦਦ ਕਰਦੇ ਹਾਂ, ਉਹਦਾ ਇਲਾਜ ਕਰਦੇ ਹਾਂ। ਜਿਹੜੇ ਸਾਡੇ ਕੋਲ ਕੈਂਪ ਦੇ ਵਿੱਚ ਰਖਾਉਂਦੇ ਆ 2000 ਆ ਜਾਏ 4000 ਆ ਜਾਏ, ਅਸੀਂ ਉਹਨਾਂ ਦੀ ਜਿੰਨਾ ਚਿਰ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ ਅਸੀਂ ਉਹਨਾਂ ਦਾ ਬਿਲਕੁਲ ਯਥਾ ਜੋ ਉਹਨਾਂ ਦਾ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਅਸੀਂ ਉਹਨਾਂ ਦਾ ਇਲਾਜ ਕਰਦੇ ਰਹਿੰਦੇ ਹਾਂ। ਦੇਖੋ ਗੱਲ ਇਹ ਹੈ ਵੀ ਸਿੱਖੀ ਦੇ ਵਿੱਚ ਸਭ ਤੋਂ ਪਹਿਲਾਂ ਸਬਕ ਇਹ ਹੈ ਵੀ ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ ਪ੍ਰਭੂ। ਉਸ ਈਡੀਅਮ ਨੂੰ ਫਾਲੋ ਕਰਦੇ ਹੋਏ ਜਿੰਨੇ ਵੀ ਗੁਰੂ ਸਾਹਿਬਾਨ ਸੀ ਉਹਨਾਂ ਨੇ ਬੇਸਾਬੀਆਂ ਕੁਰਬਾਨੀਆਂ ਦਿੱਤੀਆਂ, ਔਰ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉਹਦੇ ਪਰਿਵਾਰ ਦੇ 52 ਜੀ ਸੀ ਕੁਰਬਾਨ ਹੋ ਗਏ। ਤੁਸੀਂ ਕੀ ਕਹੋਗੇ, ਕੋਈ ਮਾਮਾ ਨਹੀਂ ਛੱਡਿਆ, ਕੋਈ ਕੁਛ ਨਹੀਂ ਹੋਇਆ। ਵੇਖੋ ਸੇਵਾ ਦੇ ਵਿੱਚ ਲੱਗੇ ਰਹਿਣਾ ਸਿੱਖੀ ਦਾ ਇੱਕ ਮੁੱਢਲਾ ਅਸੂਲ। ਸੋ ਇਹ ਸਕੂਲ ਜਿੱਦਾਂ ਮੈਂ ਦਸਮੇਸ਼ ਪਬਲਿਕ ਸਕੂਲ ਖੋਲ੍ਹਿਆ ਉਦੋਂ ਮੈਨੂੰ ਕੋਈ ਪੁੱਛਣ ਲੱਗੇ ਵੀ ਦਸਮੇਸ਼ ਨਾਂ ਕਿੱਥੋਂ ਸੁੱਝਿਆ। ਮੈਂ ਕਿਹਾ ਮੈਂ ਗੁਰਸਿੱਖ ਹੋਣ ਕਰਕੇ ਮੈਨੂੰ ਪਤਾ ਹੈ ਕਿ ਉਸ ਗੁਰੂ ਦਾ ਕੀ ਦੇਣ ਹੈ, ਅਤੇ ਜੇ ਅਸੀਂ ਦੇਣ ਵਾਸਤੇ ਸੰਸਥਾ ਖੋਲ੍ਹੀ ਹੈ ਤਾਂ ਉਹਦੇ ਨਾਂ 'ਤੇ ਖੋਲ੍ਹਣੀ ਚਾਹੀਦੀ ਹੈ। ਸੋ ਅੱਜ ਅਸੀਂ ਜੋ ਸੇਵਾ ਲੋਕਾਂ ਨੂੰ ਦੇ ਸਕਦੇ ਹਾਂ ਦੇਈ ਜਾਂਦੇ ਹਾਂ। ਯਥਾ ਸਮਰੱਥ ਬਹੁਤ ਕੁਝ ਕਰ ਰਹੇ ਹਾਂ, ਔਰ ਅਜੇ ਵੀ ਅਸੀਂ ਵਿੱਦਿਆ ਦਾ ਫੈਲਾਅ ਕਰਨ ਵਾਸਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਿੰਡਾਂ ਵਿੱਚ ਜਾਈਏ, ਉੱਚ ਦਰਜੇ ਦੀ ਵਿੱਦਿਆ ਲੋਕਾਂ ਨੂੰ ਪ੍ਰਦਾਨ ਕਰੀਏ ਐਜ਼ ਫਾਰ ਐਜ਼ ਪੋਸੀਬਲ। ਸੋ ਅਸੀਂ ਨੇੜੇ ਦੇ ਕਈਆਂ ਪਿੰਡਾਂ 'ਚ ਜ਼ਮੀਨਾਂ ਲੈ ਚੁੱਕੇ ਹਾਂ, ਔਰ ਅਸੀਂ ਸ਼ਾਰਟ ਸਮੇਂ ਦੇ ਵਿੱਚ ਉੱਥੇ ਅਸੀਂ ਸੰਸਥਾਵਾਂ ਹੋਰ ਵੀ ਖੋਲ੍ਹਾਂਗੇ ਜਿਹੜੀਆਂ ਕਿ ਉੱਚ ਦਰ ਦੀ ਵਿੱਦਿਆ ਜਿਹੜੀ ਫੈਲਾਉਣ ਦੀ ਕੋਸ਼ਿਸ਼ ਕਰਨਗੀਆਂ। ਮੈਡੀਕਲ ਸੰਸਥਾਵਾਂ ਹੋਣ ਚਾਹੇ ਐਕੈਡੈਮਿਕ ਅਦਰਵਾਈਜ਼ ਦੂਜੀਆਂ ਸੰਸਥਾਵਾਂ, ਸਾਡੀ ਕੋਸ਼ਿਸ਼। ਥੈਂਕ ਯੂ ਸਰ, ਥੈਂਕ ਯੂ। ਤੁਹਾਡੇ ਸਾਹਿਬ, ਜੋ ਅੱਜ ਇਹ ਕੁੰਭ ਸ਼ੁਰੂ ਹੋਇਆ ਆਕਸੀਜਨ ਦਾ, ਔਰ ਡੀਸੀ ਸਾਹਿਬ ਨੇ ਵੀ ਐਪਰੀਸ਼ੀਏਟ ਕੀਤਾ, ਔਰ ਜਿਸ ਤਰ੍ਹਾਂ ਸਿਵਲ ਸਰਜਨ ਨੇ ਵੀ ਆ ਕੇ ਐਪਰੀਸ਼ੀਏਟ ਕੀਤਾ, ਔਰ ਸਾਰੀ ਜਿਹੜੀ ਸੰਸਥਾ ਹੈਗੀ ਆ ਉਹ ਅੱਜ ਇਸ ਸਮੇਂ ਦੇ ਵਿੱਚ ਹਾਜ਼ਰ ਹੋਈ ਹੈਗੇ ਆ ਲੋਕ, ਔਰ ਉਹਨਾਂ ਨੇ ਹਰੇਕ ਨੇ ਐਪਰੀਸ਼ੀਏਟ ਕੀਤਾ ਕਿ ਇਸ ਕਰੋਨਿਕ ਸਮੇਂ ਦੇ ਵਿੱਚ ਕਰੋਨਾ ਦੇ ਇਹ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਨਿਸ਼ਕਾਮ ਸੁਸਾਇਟੀ ਦੇ ਨਾਲ, ਸਿੱਖ ਸੇਵਾ ਸੁਸਾਇਟੀ ਨਾਲ ਮਿਲ ਕੇ, ਕੀ ਕਹਿਣਾ ਚਾਹੋਗੇ ਸਰ? ਸਭ ਤੋਂ ਪਹਿਲਾਂ ਤਾਂ ਮੈਂ ਨਿਸ਼ਕਾਮ ਸਿੱਖ ਵੈਲਫੇਅਰ ਕਾਉਂਸਲ ਦਿੱਲੀ ਜਿਹੜਾ ਆਫਿਸ ਹੈ ਉਹਨਾਂ ਦਾ, ਤਾਂ ਫਰੀਦਕੋਟ ਦੀ ਜਿਹੜੀ ਉਹਨਾਂ ਦੀ ਬ੍ਰਾਂਚ, ਉਹਨਾਂ ਦੇ ਪ੍ਰਧਾਨ ਡਾਕਟਰ ਗੁਰਸੇਵਕ ਸਿੰਘ ਸਰ, ਉਹਨਾਂ ਦੇ ਸੈਕਟਰੀ ਹਰਵਿੰਦਰ ਸਿੰਘ ਅਤੇ ਸਮੁੱਚੀ ਟੀਮ ਉਹਨਾਂ ਦਾ ਧੰਨਵਾਦੀ ਹੈ ਕਿ ਉਹਨਾਂ ਨੇ ਦਸ਼ਮੇਸ਼ ਡੈਂਟਲ ਕਾਲਜ, ਦਸ਼ਮੇਸ਼ ਹਸਪਤਾਲ ਨੂੰ ਇੱਕ ਮੌਕਾ ਦਿੱਤਾ ਕਿ ਇਸ ਘੜੀ ਦੇ ਵਿੱਚ, ਦੁੱਖ ਦੀ ਘੜੀ ਦੇ ਵਿੱਚ, ਇਸ ਆਕਸੀਜਨ ਲੰਗਰ ਦੇ ਵਿੱਚ, ਸੇਵਾ ਦੇ ਵਿੱਚ ਸਾਡਾ ਸਹਿਯੋਗ ਵਾਸਤੇ ਸਾਨੂੰ ਉਹਨਾਂ ਨੇ ਠੀਕ ਸਮਝਿਆ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ।
ਤੇ ਅੱਜ ਉਹਨਾਂ ਨੇ ਸਾਨੂੰ 5 ਆਕਸੀਜਨ ਕੰਸਨਟਰੇਟ ਜਿਹੜੇ ਕਿ US ਤੋਂ ਆਏ ਹਨ ਉਹ ਦਿੱਤੇ ਹਨ, ਤੇ 25 ਜਿਹਦੇ ਵਿੱਚ 15 ਛੋਟੇ ਤੇ 10 ਵੱਡੇ ਕੈਪੈਸਿਟੀ ਦੇ ਆਕਸੀਜਨ ਕੰਸਨਟਰੇਟ ਸਾਨੂੰ ਜਲਦੀ ਹੀ ਉਹ ਮੁਹੱਈਆ ਕਰਾਉਣਗੇ। ਆਕਸੀਜਨ ਕੰਸਨਟਰੇਟ ਇੱਕ ਉਹ ਚੀਜ਼ ਹੈ ਜਿਹੜੇ ਘਰ ਦੇ ਵਿੱਚ ਹੀ ਇੱਕ ਯੰਤਰ ਹੈ ਜਿਹੜਾ ਘਰ ਦੇ ਵਿੱਚ ਹੀ ਐਟਮੋਸਫੇਰਿਕ ਜਿਹੜੀ ਵਾਯੂ 'ਚ ਜਿਹੜੀ ਹੈਗੀ ਹੈ ਏਅਰ ਜਿਹੜੀ ਹੈਗੀ ਹੈ ਉਹਨੂੰ ਉਹ ਮੈਡੀਕਲ ਆਕਸੀਜਨ 'ਚ ਕਨਵਰਟ ਕਰ ਦਿੰਦਾ ਹੈਗਾ। ਤੇ ਅਸੀਂ ਜੋ ਮੁਸ਼ਕਿਲ ਦੇ ਵਿੱਚ ਕਰੋਨਾ ਦੇ ਵਿੱਚ ਜੋ ਇਨਸਾਨ ਜਿਹਨੂੰ ਆਕਸੀਜਨ ਘੱਟ ਹੈਗੀ ਹੈ ਔਰ ਆਕਸੀਜਨ ਦੀ ਲੋੜ ਹੈਗੀ ਹੈ ਉਸ ਨੂੰ ਆਕਸੀਜਨ ਘਰ ਦੇ ਵਿੱਚ ਹੀ ਮਿਲ ਕੇ ਉਹਦੀ ਜਾਨ ਬਚਾਈ ਜਾ ਸਕਦੀ ਹੈ। ਇਸ ਕਰੋਨਾ ਦੀ ਮਹਾਮਾਰੀ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜੇ ਘਰ ਦੇ ਵਿੱਚ ਕੁਆਰੰਟੀਨ ਹੋ ਕੇ ਇਕਾਂਤਵਾਸ ਵਿੱਚ ਰਹਿ ਕੇ ਠੀਕ ਹੋ ਰਹੇ ਆ ਉਹ ਜ਼ਿਆਦਾ ਅੱਛੇ ਠੀਕ ਹੋ ਰਹੇ ਆ, ਕਿਉਂਕਿ ਉਹ ਉੱਥੇ ਆਪਣੇ ਆਪ ਨੂੰ ਜ਼ਿਆਦਾ ਅੱਛਾ ਮਹਿਸੂਸ ਕਰਦੇ ਹੈ ਤੇ ਹਸਪਤਾਲ ਦੇ ਵਿੱਚ ਲੋਡ ਵੀ ਘੱਟ ਹੁੰਦਾ ਹੈ। ਅਸੀਂ ਹਸਪਤਾਲ 'ਚ ਉਦੋਂ ਜਾਣਾ ਚਾਹੀਦਾ ਹੈ ਜਦੋਂ ਵਾਕਈ ਹਸਪੀਟਲ ਜਾਣ ਦੀ ਲੋੜ ਹੋਵੇ। ਅਸੀਂ ਹਸਪੀਟਲ ਦਾ ਲੋਡ ਘਟਾਉਣਾ ਹੈ। ਇਸ ਮੈਸੇਜ ਨੂੰ ਵੀ ਅਸੀਂ ਪਹੁੰਚਾਉਣਾ ਚਾਹੁੰਦੇ ਹਾਂ ਕਿ ਹਸਪੀਟਲ ਦੇ ਵਿੱਚ ਵੀ ਡਾਕਟਰ ਜਿਹੜੇ ਕੰਮ ਕਰ ਰਹੇ ਹੈ ਉਹਨਾਂ 'ਤੇ ਲੋਡ ਘਟੇ ਤੇ ਉੱਥੇ ਵੀ ਡਾਕਟਰ ਨੂੰ ਅੱਛੀ ਤਰੀਕੇ ਨਾਲ ਕੰਮ ਕਰਨ ਦਾ ਮੌਕਾ ਮਿਲੇ ਤੇ ਜਿਹੜੇ ਸੀਰੀਅਸ ਬਹੁਤ ਸੀਰੀਅਸ ਪੇਸ਼ੈਂਟ ਹੈ ਉਹਨਾਂ ਦਾ ਇਲਾਜ ਵਾਸਤੇ ਹਸਪੀਟਲ ਹੋਵੇ। ਸਰ ਉਹਦੇ ਨਾਲ ਜਿਹੜਾ ਡਾਇਲਿਸਿਸ ਦਾ ਇੱਕ ਹੋਰ ਮਸ਼ੀਨ ਜਿਹੜੀ ਹੈਗੀ ਹੈ ਇੱਥੇ ਸਟਾਰਟ ਕੀਤੀ ਗਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਡਾਇਲਿਸਿਸ ਸਾਡੇ ਪਹਿਲੇ 2-3 ਸਾਲ ਤੋਂ ਚੱਲ ਰਿਹਾ ਹੈ। ਇੱਕ ਮਸ਼ੀਨ 2 ਮਸ਼ੀਨਾਂ ਸਾਡੇ ਕੋਲ ਸੀਗੀਆਂ। ਇੱਕ ਮਸ਼ੀਨ 'ਚ ਕੁਝ ਪ੍ਰੋਬਲਮ ਆ ਗਈ, ਉਹ ਥੋੜ੍ਹੀ ਪੁਰਾਣੀ ਸੀ, ਖਰਾਬ ਹੋ ਗਈ। ਅੱਜ ਅਸੀਂ ਦੂਸਰੀ ਨਵੀਂ ਮਸ਼ੀਨ ਡਾਇਲਿਸਿਸ ਦੀ ਲੈ ਲਈ, ਕੁਦਰਤੀ ਅੱਜ ਹੀ ਉਹਦੀ ਇੰਸਟਾਲੇਸ਼ਨ ਹੋਈ ਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਜੀ ਨੇ ਆਪਣੇ ਕਰ ਕਮਲਾਂ ਨਾਲ ਅੱਜ ਉਹਦਾ ਉਦਘਾਟਨ ਕੀਤਾ ਤੇ ਅਸੀਂ ਜਿੰਨੇ ਵੀ ਡਾਇਲਿਸਿਸ ਦੇ ਮਰੀਜ਼ ਹੈ ਉਹਨਾਂ ਦਾ ਪਹਿਲਾਂ ਕਰੋਨਾ ਟੈਸਟ ਕਰਾਣੇ ਆ, ਉਸ ਤੋਂ ਬਾਅਦ ਹੀ ਇਹਨੂੰ ਅਸੀਂ ਡਾਇਲਿਸਿਸ ਕਰ ਰਹੇ ਹਾਂ। ਕਰੋਨਾ ਦਾ ਟੈਸਟ ਅਸੀਂ ਸਾਰੇ ਮਰੀਜ਼ਾਂ ਦਾ ਫ੍ਰੀ ਕਰਦੇ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਡਾਕਟਰ ਸੰਜੇ ਕਪੂਰ ਜੀ ਦਾ ਜਿਹੜੇ ਕਿ ਸਿਵਲ ਸਰਜਨ ਫਰੀਦਕੋਟ ਹਨ। ਉਹਨਾਂ ਦੀ ਰਹਿਨੁਮਾਈ ਹੇਠ ਇਹ ਸਾਰੇ ਜਿੰਨੇ ਟੈਸਟ ਹਨ, ਸਕਰੀਨਿੰਗ ਟੈਸਟ ਹਨ, ਸਾਰੇ ਅਸੀਂ ਮੁਫਤ ਕਰ ਰਹੇ ਹਾਂ। ਸਰ ਜਿਸ ਤਰੀਕੇ ਦੇ ਨਾਲ DC ਸਾਹਿਬ ਵੀ ਅੱਜ ਜਦੋਂ ਉਹਨਾਂ ਨੇ ਅਵਲੋਕਨ ਕੀਤਾ ਇਸ ਹਸਪੀਟਲ ਦਾ ਔਰ ਡੈਂਟਲ ਦੀਆਂ ਸੇਵਾਵਾਂ ਦੇਖੀਆਂ ਉਹ ਵੀ ਦੰਗ ਰਹਿ ਗਏ ਕਿ ਐਸੀਆਂ ਸੇਵਾਵਾਂ ਅਸੀਂ ਮਹਿੰਗੀ ਮਸ਼ੀਨਰੀ ਡੈਂਟਲ ਦੀ ਜਿਹੜੀ ਹੈਗੀ ਇਸ ਕਾਲਜ ਦੇ ਵਿੱਚ ਹੈਗੀ ਆ ਔਰ ਬੱਚੇ ਜਿਸ ਤਰੀਕੇ ਨਾਲ ਬੱਚੇ ਨਾਲ ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਦੱਸਿਆ ਕਿ 600 ਜਿਹੜੀ ਹੈਗੀਆਂ ਸਰਜਰੀਆਂ ਮੈਂ ਕਰ ਚੁੱਕੀ ਹੈਗੀ ਆ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਵਾਰਡਸ ਵਿੱਚ ਗਏ, ਕੀ ਕਹਿਣਾ ਚਾਹੁੰਦੇ? ਇਹ ਇਸ ਡੈਂਟਲ ਕਾਲਜ ਦਾ ਸੁਭਾਗ ਹੈਗਾ ਕਿ ਇੱਥੋਂ ਦੀ ਮੈਨੇਜਮੈਂਟ ਬਹੁਤ ਚੰਗੀ ਹੈ, ਚੰਗੀ ਨਹੀਂ ਬਹੁਤ ਚੰਗੀ ਹੈ। ਉਹ ਅਕੈਡਮਿਕ ਵਾਸਤੇ ਔਰ ਬੱਚਿਆਂ ਦੀ ਪੜ੍ਹਾਈ ਵਾਸਤੇ ਕੋਈ ਵੀ ਇਨਫਰਾਸਟ੍ਰਕਚਰ ਵਾਸਤੇ ਕਿਸੇ ਵੀ ਤਰੀਕੇ ਨਾਲ ਕਦੀ ਵੀ ਕੰਜੂਸੀ ਨਹੀਂ ਕਰਦੀ। ਉਹਨਾਂ ਦਾ ਇੱਕੋ ਮੰਤਵ ਰਹਿੰਦਾ ਹੈ ਅੱਛੀ ਪੜ੍ਹਾਈ ਹੋਵੇ, ਅੱਛੀ ਰਿਸਰਚ ਹੋਵੇ ਤੇ ਮਰੀਜ਼ਾਂ ਦਾ ਸਹੀ ਤੇ ਮੁਫਤ ਜਾਂ ਬਹੁਤ ਘੱਟ ਪੈਸਿਆਂ 'ਚ ਇਲਾਜ ਹੋਵੇ। ਇਸ ਕਿਸੇ ਵੀ ਇਲਾਜ 'ਚ ਪ੍ਰੋਫਿਟ ਅਰਨਿੰਗ ਦਾ ਬਿਲਕੁਲ ਵੀ ਮੰਤਵ ਨਹੀਂ ਹੈ। ਇਹਦਾ ਹੀ ਨਤੀਜਾ ਹੈ ਕਿ ਸਾਡੇ ਕੋਲ ਬੜੇ ਅੱਛੇ ਮਰੀਜ਼ ਆਉਂਦੇ ਹਨ। ਫੈਕਲਟੀ ਸਾਰੇ ਹੀ ਬਹੁਤ ਮਾਹਿਰ ਹੈ, ਸਕਿਲਡ ਹੈਗੀ ਹੈ ਤੇ ਅੱਛੇ ਆਪਰੇਸ਼ਨ ਹੈ। ਦੂਰ ਦੂਰ ਤੋਂ ਸਾਡੇ ਕੋਲ ਇਲਾਜ ਵਾਸਤੇ ਪੇਸ਼ੈਂਟਸ ਆਉਂਦੇ ਹਨ ਤੇ ਬੱਚਿਆਂ ਨੂੰ ਜਿਹੜੇ ਕਿ ਪੋਸਟ ਗ੍ਰੈਜੂਏਟ ਦੀ ਆਪਣੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਉਹਨਾਂ ਨੂੰ ਅੱਛੇ ਮਰੀਜ਼ ਦੇਖਣ ਨੂੰ ਮਿਲ ਰਹੇ ਹਨ। ਕਰੋਨਾ ਮਹਾਮਾਰੀ ਦੇ ਵਿੱਚ ਹੁਣ ਅਸੀਂ ਸਿਰਫ ਐਮਰਜੈਂਸੀ ਜਿਵੇਂ ਸਰਕਾਰ ਦੀ ਹਦਾਇਤਾਂ ਹਨ ਐਮਰਜੈਂਸੀ ਇਲਾਜ ਹੀ ਕਰ ਰਹੇ ਹਨ, ਪਰ ਇਹਦੇ ਵਿੱਚ ਵੀ ਸਾਡੇ ਕੋਲ ਅੱਛੇ ਨੰਬਰ ਦੇ ਮਰੀਜ਼ ਆ ਰਹੇ ਆ ਔਰ ਉਹ ਸਾਰਿਆਂ ਦਾ ਅਸੀਂ ਕਰੋਨਾ ਟੈਸਟ ਕਰਨ ਤੋਂ ਬਾਅਦ
ਉਹਨਾਂ ਦੇ ਬਾਕੀ ਟੈਸਟ ਕਰਨ ਤੋਂ ਬਾਅਦ ਉਹਨਾਂ ਦਾ ਵੀ ਇਲਾਜ ਕਰਾ ਰਹੇ ਹਾਂ, ਕਿਉਂਕਿ ਅੱਜ ਮੈਂ ਪਰਸਨਲੀ ਇਹ ਵੀ ਫੀਲ ਕਰਦਾ ਹੈ ਕਿ ਕੋਵਿਡ ਦੇ ਵਿੱਚ ਜਿਹੜੇ ਨਾਨ ਕੋਵਿਡ ਮਰੀਜ਼ ਹਨ, ਜਿਨ੍ਹਾਂ ਨੂੰ ਕੋਵਿਡ ਤਾਂ ਨਹੀਂ ਹੋਇਆ ਪਰ ਦੰਦਾਂ ਦੀ ਬਿਮਾਰੀਆਂ ਹਨ, ਉਹ ਕਿੱਧਰ ਜਾਣ, ਉਹਨਾਂ ਦਾ ਇਲਾਜ ਕਿਵੇਂ ਹੋਵੇ? ਤਾਂ ਉਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਕਿਸੇ ਨੂੰ ਹਾਰਟ ਪ੍ਰੋਬਲਮ ਹੈ ਜਾਂ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਹੈ ਜਾਂ ਕਿਸੇ ਨੂੰ ਸੱਟ ਵੱਜ ਗਈ, ਤਾਂ ਉਹਨਾਂ ਦਾ ਇਲਾਜ ਕਰੋਨਾ ਕਰਕੇ ਡਿਲੇ ਹੋ ਰਿਹਾ। ਕਿਉਂ? ਉਹਨਾਂ ਦਾ ਪਹਿਲਾਂ ਟੈਸਟ ਹੋਏਗਾ, 2-3 ਦਿਨ ਲੇਟ ਹੋਏਗਾ। ਉਹ ਕੁਝ ਮੁਸ਼ਕਿਲਾਂ ਨਾਨ ਕੋਵਿਡ ਪੇਸ਼ੈਂਟਾਂ ਨੂੰ ਇਸ ਮਹਾਮਾਰੀ 'ਚ ਆ ਰਹੀ ਹੈ, ਜੋ ਕਿ ਬਹੁਤ ਵੱਡੀ ਮਜਬੂਰੀ ਹੈ ਡਾਕਟਰਾਂ ਦੀ, ਤੇ ਇਹਦਾ ਸਹਿਯੋਗ ਸਾਰੇ ਪੇਸ਼ੈਂਟ ਨੂੰ ਕਰਨਾ ਚਾਹੀਦਾ ਹੈ। ਸਰ, ਐਜ਼ ਅ ਰਿਨੋਡ ਡੈਂਟਲ ਸਰਜਨ, ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ ਕਰੋਨਾ ਵਾਲੇ ਜਿਹੜੇ ਪੇਸ਼ੈਂਟਸ ਹੈਗੇ ਆ, ਉਹਨਾਂ ਨੂੰ ਜਿਨ੍ਹਾਂ ਨੂੰ ਕਰੋਨਾ ਹੋ ਚੁੱਕਿਆ ਹੈਗਾ ਔਰ ਉਹ ਸਵਸਥ ਹੋ ਚੁੱਕੇ ਆ, ਐਜ਼ ਅ ਡੈਂਟਲ ਡਾਕਟਰ ਤੁਸੀਂ ਦੰਦਾਂ ਦਾ ਉਹਨਾਂ ਨੂੰ ਕਿੱਦਾਂ ਧਿਆਨ ਰੱਖਣਾ ਚਾਹੀਦਾ? ਮੈਂ ਕਰੋਨਾ ਵਾਸਤੇ ਇਹ ਦੋਨੋਂ ਹੀ ਗੱਲਾਂ ਕਰੂੰਗਾ ਕਿ ਕਰੋਨਾ ਵਾਸਤੇ ਸਾਨੂੰ ਸਾਰਿਆਂ ਨੂੰ ਪਹਿਲਾਂ ਵੀ ਪਤਾ ਵੀ ਹੈ, ਪਰ ਮਾਸਕ ਨੰਬਰ 1 ਤੇ ਬਹੁਤ ਜ਼ਰੂਰੀ ਹੈ। ਫਿਜ਼ੀਕਲ ਡਿਸਟੈਂਸਿੰਗ, 2 ਗਜ ਦੀ ਦੂਰੀ ਬਹੁਤ ਜ਼ਰੂਰੀ ਹੈ। ਭੀੜ ਭਾੜ ਦੇ ਇਲਾਕੇ 'ਚ ਨਹੀਂ ਜਾਣਾ, ਬਾਰ-ਬਾਰ ਹੱਥ ਧੋਣਾ, ਸੈਨੀਟਾਈਜ਼ ਕਰਨਾ, ਇਹ ਤੇ ਇੱਕ ਬੇਸਿਕ ਗੱਲਾਂ ਹੈ ਹੀ। ਪਰ ਜਿਨ੍ਹਾਂ ਨੂੰ ਕਰੋਨਾ ਹੋ ਜਾਂਦਾ ਹੈ ਔਰ ਉਹ ਤੰਦਰੁਸਤ ਹੋ ਜਾਂਦੇ ਹੈ, ਮੈਂ ਐਜ਼ ਏ ਡੈਂਟਿਸਟ, ਐਜ਼ ਏ ਮੈਕਸਿਲੋਫੇਸ਼ੀਅਲ ਸਰਜਨ ਇਹ ਸੰਦੇਸ਼ ਇੱਕ ਵੱਧ ਦੇਣਾ ਚਾਹੂੰਗਾ ਕਿ ਉਹ ਆਪਣਾ ਬ੍ਰਸ਼, ਆਪਣਾ ਟੰਗ ਕਲੀਨਰ ਜਾਂ ਇਸ ਤਰ੍ਹਾਂ ਦੇ ਜਿਹੜੇ ਵੀ ਉਹਨਾਂ ਦੇ ਕੁਝ ਉਪਕਰਨ ਹੈ ਉਹ ਸੁੱਟ ਦੇਣ, ਬੈਟਰ ਸੁੱਟ ਦੇਣ, ਨਵੇਂ ਇਸਤੇਮਾਲ ਕਰਨ। ਹੋ ਸਕਦਾ ਹੈ ਵਾਇਰਸ ਉਹ ਬ੍ਰਸ਼ 'ਚ ਜਾਂ ਟੰਗ ਕਲੀਨਰ 'ਚ ਲੱਗਿਆ ਰਵੇ ਤੇ ਬਾਅਦ 'ਚ ਉਹ ਸਪਰੈਡ ਕਰੇ, ਤੇ ਬੈਟਰ ਹੈ, ਉਹ ਬਹੁਤ ਮਹਿੰਗੀ ਚੀਜ਼ ਨਹੀਂ ਹੈ। ਤੇ ਜਿਨ੍ਹਾਂ ਨੂੰ ਕੋਵਿਡ ਹੋ ਜਾਂਦਾ ਹੈ ਉਹ ਆਪਣੇ ਟੁੱਥ ਬ੍ਰਸ਼, ਟੰਗ ਕਲੀਨਰ ਜਾਂ ਇਸ ਤਰ੍ਹਾਂ ਦੀ ਸ਼ੇਵਿੰਗ ਕਿਟ, ਬ੍ਰਸ਼, ਇਹ ਚੀਜ਼ਾਂ ਨਵੀਆਂ ਬਿਹਤਰ ਲੈ ਲੈਣ ਤੇ ਇਹ ਬਿਹਤਰੀ ਹੋਏਗੀ। ਥੈਂਕ ਯੂ ਸਰ। ਬਹੁਤ ਬਹੁਤ ਧੰਨਵਾਦ।